ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸੋ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ। ਬੁੱਧਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਚੁੱਕੇ ਹਾਂ ਜੀ। ਸੋ ਅੱਜ ਬਲਜਿੰਦਰ ਆਪਣੇ ਬੜੈਂਕ ਸਾਹਿਬ ਛੁੱਟੀ ਤੇ ਆ, ਸੋ ਕਹਿੰਦੇ ਅੱਜ ਘਰ ਵੇਚਣ ਜਾਣਾ ਹੈ। ਸੋ ਗੁੱਡ ਲੱਕ ਹੈਗੀ ਹੈ ਬਲਜਿੰਦਰ ਹੁਣਾਂ ਲਈ। ਤੇ ਅੱਜ ਦੇ ਪ੍ਰੋਗਰਾਮ ਵਿੱਚ ਜਿਹੜਾ ਪਾਰਟ 1 ਹੋਣਾ ਹੈ, ਸੋ ਪਹਿਲਾਂ ਵੀ ਮੇਰਾ ਲੰਮਾ ਸਮਾਂ ਸਾਥ ਦਿੱਤਾ ਭਵਨਦੀਪ ਬੈਨੀਪਾਲ ਸਾਹਿਬ। ਸੋ ਅਗਲੇ ਦਿਨਾਂ ਦੇ ਵਿੱਚ ਵੀ ਇੱਕ ਪ੍ਰੋਗਰਾਮ ਉਲੀਕਿਆ ਕਰਨਗੇ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀਗਾ, ਉਹ ਰਾਜਨੀਤੀ ਨਾਲ ਵੱਖਰੇ ਕਿਸੇ ਵਿਸ਼ੇ ਦੇ ਨਾਲ ਰਿਲੇਟਡ ਹੋਇਆ ਕਰੂਗਾ। ਤੇ ਉਹਨਾਂ ਨਾਲ ਮੈਂ ਤੁਹਾਨੂੰ ਦੱਸਦਾ ਜੀ ਕਿਹੜੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਤੇ ਸੈਕੰਡ ਭਾਗ ਦੇ ਵਿੱਚ ਮਨਜੀਤ ਮਾਲ ਸਾਹਿਬ ਇਮੀਗ੍ਰੇਸ਼ਨ ਦੀ ਗੱਲਬਾਤ ਕਰਾਂਗੇ। ਤੇ ਜਿਹੜਾ ਅੱਜ ਦਾ ਵਿਸ਼ਾ ਚੁਣਿਆ ਨਾ, ਕਿਉਂਕਿ ਭਵਨ ਹੁਣੀ ਇਸ ਬਿਜ਼ਨਸ ਦੇ ਵਿੱਚ ਹੈਗੇ, ਇੰਸ਼ੋਰੈਂਸ ਦੇ ਵਿੱਚ, ਉਹਦੇ ਵਿੱਚ ਇੰਸ਼ੋਰੈਂਸ ਕਿਉਂ ਨਹੀਂ ਕਰਾਉਂਦੇ? ਲਾਈਫ ਇੰਸ਼ੋਰੈਂਸ, ਅਸੀਂ ਗੱਡੀਆਂ ਦੀ ਇੰਸ਼ੋਰੈਂਸ ਸਾਰੇ ਕਰਾਉਂਦੇ ਹਾਂ, ਜਿਹੜੀ ਚੀਜ਼ ਦੀ ਸਾਨੂੰ ਲੋੜ ਪੈਂਦੀ ਅਸੀਂ ਕਰਾਉਂਦੇ ਹਾਂ। ਲਾਈਫ ਇੰਸ਼ੋਰੈਂਸ ਨਹੀਂ ਕਰਾਉਂਦੇ। ਜਦੋਂ ਰੱਬ ਨਾ ਕਰੇ ਕੋਈ ਔਖਾ ਸਮਾਂ ਆਉਂਦਾ ਹੈ, ਕੁਛ ਨਹੀਂ ਪਤਾ ਲੱਗਦਾ ਕਿਹੜੇ ਸਮੇਂ 'ਤੇ ਕਦੋਂ ਔਖਾ ਸਮਾਂ ਆ ਜਾਂਦਾ ਹੈ। ਮੀਨਸ ਕਿਸੇ ਦੀ ਡੈਥ ਹੋ ਜਾਂਦੀ ਆ, ਜਾਂ ਕੋਈ ਡਿਸੇਬਲ ਹੋ ਜਾਂਦਾ, ਜਾਂ ਕਿਤੇ ਸਾਨੂੰ ਲੱਗਦਾ ਕਿ ਇਹੋ ਜਿਹੇ ਹਾਲਾਤ ਸਾਡੇ ਬਣ ਗਏ ਆ, ਅਸੀਂ ਕਿਸੇ ਬਿਮਾਰੀ ਦੇ ਨਾਲ ਝੂੰਝ ਰਹੇ ਹਾਂ, ਔਖੇ ਹਾਂ, ਕੰਮ ਨਹੀਂ ਸਾਡੇ ਤੋਂ ਹੁੰਦਾ, ਅਤੇ ਉਸ ਟਾਈਮ ਫਿਰ ਅਸੀਂ ਭੱਜਦੇ ਹਾਂ ਇੱਧਰ ਉੱਧਰ। ਹਰ ਬੰਦੇ ਨਾਲ ਗੱਲ ਕਰਦੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਮੈਨੂੰ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਮਿਲ ਸਕਦੀ ਆ। ਜਾਂ ਅਸੀਂ ਇੰਡੀਆ ਤੋਂ ਵਿਜ਼ਿਟਰ ਇੱਥੇ ਆਉਂਦੇ ਹਾਂ ਜਾਂ ਚਲੇ ਜਾਂਦੇ ਹਾਂ, ਉਦੋਂ ਅਸੀਂ ਕੇਅਰ ਨਹੀਂ ਕਰਦੇ। ਜਦੋਂ ਸਾਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ, ਅਸੀਂ ਉਦੋਂ ਭੱਜਦੇ ਹਾਂ, ਉਦੋਂ ਅਸੀਂ ਲੇਟ ਹੋ ਗਏ ਹੁੰਦੇ ਹਾਂ। ਕਾਰਨ ਮਤਲਬ ਦੇਖੋ, ਕਾਰਨ ਕੀ ਅਸੀਂ ਇਸ ਨੂੰ ਸੀਰੀਅਸ ਹੀ ਨਹੀਂ ਲਿਆ ਕਿ ਸਾਡੀ ਨੀਡ ਆ ਇਹ ਇਸ ਮੁਲਕ ਦੇ ਵਿੱਚ ਆ ਕੇ, ਜੋ ਸਾਡੇ ਕੋਲ ਇੰਡੀਆ ਇੱਥੇ ਆ ਕੇ ਕੁਛ ਨਹੀਂ ਬਣਨਾ ਕਨਵਰਟ ਹੋ ਕੇ। ਉਹ ਕਿਹੜੇ ਕਾਰਨ ਆ? ਮਨੀ ਦਾ ਇਸ਼ੂ ਆ ਕਿ ਅਸੀਂ ਜਿਹੜੇ ਡਾਲਰ ਆ, ਸਾਡੇ ਖਰਚੇ ਇੰਨੇ ਵੱਧ ਗਏ ਆ ਕਿ ਅਸੀਂ ਥੋੜ੍ਹੇ ਜਿਹੇ ਡਾਲਰ ਜਦੋਂ ਸਾਡੀ ਯੰਗ ਏਜ ਹੁੰਦੀ ਆ, ਅਸੀਂ ਉਦੋਂ ਉਹ ਲਾ ਨਹੀਂ ਸਕਦੇ ਆਪਣੇ ਆਪ ਤੇ ਆਪਣੇ ਪਰਿਵਾਰ ਲਈ, ਕਿ ਭਾਈ ਇਨਸਾਨ ਦਾ ਕਿਸੇ ਦਾ ਵੀ ਕੁਛ ਪਤਾ ਨਹੀਂ ਗਾ ਕੀ ਹੋ ਸਕਦਾ ਹੈ, ਕੀ ਉਹਦੇ 'ਚ ਕੀ ਐਡਵਾਈਜ਼ਰ ਦੀ ਪ੍ਰੋਬਲਮ ਆ, ਕਿਹੜੇ ਕਾਰਨ ਆ ਕਿ ਅਸੀਂ ਇੰਸ਼ੋਰੈਂਸ ਨਹੀਂ ਲਈ। ਅਤੇ ਉਦੋਂ ਅਸੀਂ ਭੱਜੇ ਜਿੱਦੇ ਸਾਨੂੰ ਜ਼ਰੂਰਤ ਸੀ, ਸਾਨੂੰ ਲੱਗਾ ਕਿ ਹੁਣ ਸਾਨੂੰ ਜ਼ਰੂਰਤ ਆ, ਉਦੋਂ ਸਾਨੂੰ ਮਿਲਦੀ ਨਹੀਂ। ਜੇ ਮਿਲਦੀ ਆ ਤਾਂ ਰੇਟ ਬਹੁਤ ਹਾਈ ਆ, ਅਸੀਂ ਅਫੋਰਡ ਨਹੀਂ ਕਰ ਸਕਦੇ। ਜੇ ਅਸੀਂ ਪਹਿਲਾਂ ਨਹੀਂ ਅਫੋਰਡ ਕਰ ਸਕਦੇ, ਉਦੋਂ ਸਾਨੂੰ ਕਿੰਨੇ ਡਾਲਰਾਂ ਤੱਕ ਕੁਛ ਨਾ ਕੁਛ ਕਵਰੇਜ ਲੈ ਲੈਣੀ ਚਾਹੀਦੀ ਆ। ਕਿਉਂਕਿ ਮੈਂ ਬਹੁਤ ਵਾਰੀ ਦੇਖ ਰਿਹਾ ਇੱਥੇ ਔਖਾ ਸਮਾਂ ਆ ਜਾਂਦਾ, ਸੰਦੀਪ 'ਤੇ ਵੀ ਆ ਸਕਦਾ ਹੈ, ਕਿ ਉਸ ਟਾਈਮ ਮੇਰੇ ਪਰਿਵਾਰ ਨੂੰ ਮਤਲਬ ਉਹਨਾਂ ਦੀ ਜਿਹੜੀ ਦਾਣਾ ਪਾਣੀ ਰੋਟੀ ਚੱਲਣ ਵਾਸਤੇ, ਕੀ ਉਹਨਾਂ ਕੋਲ ਛੋਟਾ ਮੋਟਾ ਮੈਂ ਕੁਛ ਛੱਡ ਕੇ ਜਾ ਰਿਹਾ ਕਿ ਨਹੀਂ ਛੱਡ ਕੇ ਜਾ ਰਿਹਾ, ਉਹਨਾਂ ਨੂੰ ਬਾਅਦ 'ਚ ਰੋਡ 'ਤੇ ਛੱਡਤਾ, ਚਲੋ ਜੀ ਹੁਣ ਫੰਡ ਰੇਂਜ ਕਰਨਾ ਪੈਣਾ ਇਹਨਾਂ ਲਈ। ਦੇਖੋ, ਫੰਡ ਰੇਜ਼ ਕਰਨਾ ਮਾੜੀ ਗੱਲ ਨਹੀਂ, ਕਿਸੇ ਦੀ ਮਦਦ ਕਰਨੀ ਮਾੜੀ ਗੱਲ ਨਹੀਂ, ਕਰਨੀ ਚਾਹੀਦੀ ਆ ਹਮੇਸ਼ਾ। ਜਦੋਂ ਔਖਾ ਸਮਾਂ ਆਉਂਦਾ ਕਰਨੀ ਚਾਹੀਦੀ ਆ, ਪਰ ਕਿਉਂ ਨਹੀਂ ਅਸੀਂ ਉਹ ਮਦਦ ਆਪਣੇ ਆਪ ਕੀਤੀ ਜਦੋਂ ਸਾਨੂੰ ਪਤਾ ਸੀ, ਸਾਨੂੰ ਪਤਾ ਕਿ ਸਾਡੇ ਨਾਲ ਆਹ ਹੈਪਨ ਹੋ ਰਿਹਾ। ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤੁਹਾਡੇ ਮਨ 'ਚ ਵੀ ਕੋਈ ਸਵਾਲ ਆਇਆ, ਤੁਹਾਨੂੰ ਕੀ ਲੱਗਦਾ ਜੇ ਤੁਸੀਂ ਇੰਸ਼ੋਰੈਂਸ ਲਈ ਸੀ, ਕਿਉਂ ਲਈ ਸੀ, ਜਾਂ ਨਹੀਂ ਲਈ ਸੀ ਅਤੇ ਕਿਉਂ ਨਹੀਂ ਲਈ, ਉਹਦਾ ਕਾਰਨ ਕੀ ਹੋਇਆ? ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਨੰਬਰ ਸਟੂਡੀਓ ਦੇ 905 673 9700। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਭਵਨਦੀਪ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਤੁਹਾਨੂੰ ਵੀ ਔਰ ਪੰਜਾਬ ਟੀਵੀ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਮੈਨੂੰ ਲੱਗਦਾ ਤੁਹਾਡੇ ਇੰਟਰਨੈਟ ਦੇ ਵਿੱਚ ਥੋੜ੍ਹਾ ਜਿਹਾ ਫਰੀਜ ਹੋ ਰਿਹਾ ਤੇ ਆਵਾਜ਼ ਪਰ ਬਿਲਕੁਲ ਤੁਹਾਡੀ ਠੀਕ ਸੀ। ਭਵਨ, ਪਹਿਲਾ ਸਵਾਲ ਹੀ, ਇੰਸ਼ੋਰੈਂਸ ਕਿਉਂ ਨਹੀਂ ਕਰਵਾਈ? ਇੰਸ਼ੋਰੈਂਸ ਕਿਉਂ ਨਹੀਂ ਕਰਵਾਈ, ਕੀ ਕਾਰਨ ਆ? ਜਿੱਥੋਂ ਵੀ ਤੁਹਾਨੂੰ ਲੱਗਦਾ ਸ਼ੁਰੂਆਤ ਕਰ ਲਓ। ਤੇ ਮੈਂ ਜਿਵੇਂ ਤੁਹਾਨੂੰ ਆਲਰੇਡੀ 7-8 ਸਵਾਲ ਕਰ ਚੁੱਕਾ ਹਾਂ। ਬਹੁਤ ਵੱਡੀ ਮਤਲਬ ਜਦੋਂ ਨਾ ਕਹਿੰਦੇ ਹੁੰਦੇ ਭਵਨ, ਇੱਕ ਵੀ ਇਨਸਾਨ ਨੂੰ ਪ੍ਰੋਬਲਮ ਆਉਂਦੀ ਆ, ਇੱਥੇ ਬਹੁਤ ਨੂੰ ਆ ਚੁੱਕੀ ਆ, ਉਦੋਂ ਅਸੀਂ ਭੱਜਦੇ ਹਾਂ ਜੀ। ਬਟ ਸਾਹਿਬ, ਆਪਾਂ ਅੱਜ ਤੋਂ ਪਹਿਲਾਂ ਸ਼ਾਇਦ ਇਸ ਤਰ੍ਹਾਂ ਦੇ ਟੌਪਿਕ ਤੇ ਗੱਲ ਨਹੀਂ ਕੀਤੀ ਕਦੇ ਵੀ, ਔਰ ਜੇ ਕੀਤੀ ਵੀ ਹੋਊਗੀ ਤਾਂ ਸ਼ਾਇਦ ਅੱਜ ਜੋ ਆਪਾਂ ਕਰ ਰਹੇ ਹਾਂ, ਨਾਟ ਫਰੋਮ ਦਾ ਸੇਲਸ ਪੁਆਇੰਟ ਆਫ ਵਿਊ ਕਰ ਰਹੇ ਹਾਂ, ਬਟ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਕਰ ਰਹੇ ਹੈਗੇ ਜੀ। ਤੇ ਹਾਂਜੀ, ਸਾਡੇ ਵਿਊਅਰਸ ਨੂੰ ਵੀ ਇਸ ਟਾਈਮ ਇਹੀ ਅਪੀਲ ਹੈ ਜੀ, ਭਾਵੇਂ ਸਾਡੀ ਰੋਟੀ ਟੁੱਕ ਇੰਸ਼ੋਰੈਂਸ ਤੇ ਸਾਡੇ ਸਿਰ ਤੇ ਚੱਲਦੀ ਹੈ, ਬਟ ਸਾਡੀ ਜਿਹੜੀ ਅੱਜ ਦੀ ਗੱਲ ਹੈਗੀ ਉਸਨੂੰ ਨਾਟ ਐਜ਼ ਅ ਸੇਲਸ ਪਿਚ ਲਵੋ, ਬਟ ਜਸਟ ਐਜ਼ ਅ ਕਾਮਨ, ਜਿਵੇਂ ਆਪਾਂ ਘਰ ਬੈਠੇ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਨਾਲ ਡਿਸਕਸ਼ਨ ਕਰ ਰਹੇ ਹੈਗੇ, ਉਸ ਤਰ੍ਹਾਂ ਲਓ ਜੀ। ਭਵਨ ਸੱਚੀ ਤੁਸੀਂ ਭਵਨ ਰੁਕਿਓ, ਸੱਚੀ ਤੁਸੀਂ ਬਹੁਤ ਵਧੀਆ ਗੱਲ ਕਹੀ। ਬਿਲਕੁਲ, ਆਪਾਂ ਰੋਜੀ ਰੋਟੀ ਬੇਸ਼ੱਕ ਤੁਹਾਡੀ ਇੱਥੋਂ ਚੱਲ ਰਹੀ ਆ, ਹੈ ਨਾ, ਪਰ ਸਾਡੀ ਜਿਹੜੀ ਜੋਬ ਆ, ਸਾਡੀ ਰਿਸਪੌਂਸੀਬਿਲਿਟੀ ਬਣਦੀ ਆ ਅਵੇਅਰ ਕਰਨ ਦੀ। ਤੁਸੀਂ ਮੈਨੂੰ ਕਹਿ ਰਹੇ ਜੀ ਰਾਜਨੀਤੀ 'ਤੇ ਗੱਲ ਕਰਾਂਗੇ, ਮੈਂ ਕਿਹਾ ਨੋ, ਅਗਲੇ ਵੀਕ ਤੋਂ ਰਾਜਨੀਤੀ ਵੀ ਕਰਾਂਗੇ। ਅੱਜ ਇਹ ਚੀਜ਼ ਦੇ ਮਤਲਬ ਮੈਂ ਦੇਖ ਰਿਹਾ ਭਵਨ, ਕਾਫੀ ਸਮੇਂ ਤੋਂ ਦੇਖ ਰਿਹਾ,
ਔਰ ਕਾਫੀ ਵਾਰੀ ਦਿਲ ਕਰਦਾ ਕਿ ਇਸ ਵਿਸ਼ੇ ਤੇ ਗੱਲ ਕਰੀਏ, ਨਹੀਂ ਹੁੰਦੀ ਗੀ। ਸੋ ਥੈਂਕ ਯੂ ਤੁਹਾਡਾ, ਤੁਸੀਂ ਇਹ ਮੇਰੀ ਬੇਨਤੀ ਮੰਨੀ ਤੇ ਆਪਾਂ ਇਸ ਤੇ ਗੱਲ ਕਰ ਰਹੇ ਹਾਂ ਅੱਜ ਜੀ। ਸਰ ਮੈਜੋਰਿਟੀ ਜੋ ਹੁਣ ਤੱਕ ਜਿੰਨਾ ਕਿ ਮੇਰਾ ਤਜਰਬਾ ਹੋ ਸਕਦਾ ਮੈਂ ਗਲਤ ਹੋਵਾਂ ਤੇ ਹੋਰ ਕਾਫੀ ਵੱਡੇ ਬ੍ਰੋਕਰਸ ਬੈਠੇ ਨੇ ਜਿਹੜੇ ਮੇਬੀ ਇਸ ਦੇ ਉੱਤੇ ਵਧੀਆ ਚਾਨਣਾ ਪਾ ਸਕਦੇ ਨੇ ਇਸ ਟੌਪਿਕ ਦੇ ਉੱਤੇ, ਬਟ ਜਿੰਨਾ ਕਿ ਮੇਰਾ ਤਜਰਬਾ ਹੈਗਾ ਵੀ ਆਈ ਥਿੰਕ ਜੋ ਪਹਿਲੀਆਂ ਜਨਰੇਸ਼ਨ ਸੀਗੀਆਂ ਸਾਡੇ ਬਜ਼ੁਰਗਾਂ ਵਾਲੀਆਂ, ਉਹ ਜ਼ਿਆਦਾ ਪ੍ਰੀਪੇਅਰਡ ਆਪ ਵੀ ਰਹਿੰਦੀਆਂ ਸੀ ਔਰ ਜਿਹੜੇ ਆਪਣੇ ਆਉਣੇ ਵਾਲੀ ਪੀੜ੍ਹੀ ਦਰ ਪੀੜ੍ਹੀ ਸੀ ਉਹਨਾਂ ਲਈ ਵੀ ਪ੍ਰੀਪੇਅਰ ਆਪ ਹੀ ਕਰਕੇ ਰੱਖਦੇ ਹੁੰਦੇ ਸੀ ਜੀ ਉਹ ਜੀ, ਕਿਉਂਕਿ ਉਹਨਾਂ ਦੀਆਂ ਲੋੜਾਂ ਥੋੜੀਆਂ ਸੀਗੀਆਂ ਜੀ। ਉਹ ਬਹੁਤੇ ਇੱਧਰ ਉੱਧਰ ਭੱਜਦੇ ਨਹੀਂ ਸੀ ਹੁੰਦੇ ਉਹਨਾਂ ਦਿਨਾਂ ਵਿੱਚ, ਕਿਉਂਕਿ ਜਦ ਆਪਾਂ ਪੁਰਾਣੇ ਵੇਲੇ 'ਚ ਸੰਦੂਖ ਦੇਖਦੇ ਹਾਂ ਸਾਡੇ ਮਨ 'ਚ ਇੱਕ ਬੜੀ ਉਹਦੀ ਪਿਕਚਰ ਪੇਂਟ ਹੋ ਜਾਂਦੀ ਹੈ। ਸੰਦੂਖ ਮਤਲਬ ਖਜ਼ਾਨਾ, ਜੋ ਸਾਡੀ ਪਰਿਵਾਰਿਕ ਹੋਊਗਾ, ਸਾਡੀ ਜਗੀਰ ਪ੍ਰਤੀਕ ਹੋਊਗਾ, ਠੀਕ ਹੈ ਨਾ, ਜੋ ਕਿ ਅਸੀਂ ਅੱਗੇ ਆਉਣ ਵਾਲੀਆਂ ਸਾਡੇ ਜਿਹੜੀ ਜਨਰੇਸ਼ਨ ਆ ਉਹਨੂੰ ਪਾਸ ਆਨ ਕਰਦੇ ਸੀਗੇ ਜੀ। ਤੇ ਉਹ ਜ਼ਿੰਮੇਵਾਰੀ ਸਮਝੀ ਜਾਂਦੀ ਸੀਗੀ। ਤੇ ਹੁਣ ਜਿਹੜਾ ਸਾਡਾ ਪੈਸਾ ਹੈਗਾ ਜੀ, ਇੱਕ ਪੈਸਾ ਆਉਂਦਾ ਉਹਦੇ ਉੱਤੇ ਸਾਡੇ ਕੋਲ ਡਿਸਟਰੈਕਸ਼ਨਸ ਬੜੀਆਂ ਹੋ ਗਈਆਂ ਨੇ ਜੀ। ਡਿਸਟਰੈਕਸ਼ਨਸ ਇਨ ਦਾ ਸੈਂਸ ਹੋ ਗਈਆਂ ਕਿ ਵੀ ਜੇ ਡਾਲਰ ਇੱਕ ਹੀ ਆ ਰਿਹਾ ਤਾਂ ਡਾਲਰ ਚੋਂ 5 ਸੈਂਟ ਉੱਧਰ ਜਾ ਰਹੇ ਨੇ, 2 ਸੈਂਟ ਉੱਧਰ ਜਾ ਰਹੇ ਨੇ। ਸੋ ਲੋੜਾਂ ਅਸੀਂ ਵਧਾ ਲਿੱਤੀਆਂ ਨੇ। ਸੋ ਲੋੜਾਂ ਵਿੱਚੋਂ ਲੋੜ ਇਹ ਨਹੀਂ ਮਹਿਸੂਸ ਹੁੰਦੀ ਕਿ ਵੀ ਇਹ ਵੀ ਹੈਗੀ ਹੈ ਜੀ ਸਾਡੀ। ਵੈਸੇ ਇੱਕ ਜਦ ਮੇਰਾ ਕੈਰੀਅਰ ਸ਼ੁਰੂ ਹੋਇਆ ਸੀ ਬਰਾੜ ਸਾਹਿਬ, ਇੱਕ ਬੜੀ ਹੀ ਲਾਈਕ ਹੈਪਨਿੰਗ ਹੋਈ ਸੀ, ਉਸ ਚੀਜ਼ ਨੇ ਮੇਰੇ ਉੱਤੇ ਕਾਫੀ ਪ੍ਰਭਾਵ ਪਾਇਆ ਸੀ ਸ਼ੁਰੂ ਚ ਜਦ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ। ਤੇ ਹੋਇਆ ਕੀ ਸੀ ਕਿ ਮੇਰੇ ਕੋਲ ਇੱਕ ਫੈਮਿਲੀ ਆਈ ਸੀਗੀ ਜੀ, ਮੇਰੇ ਕਿਸੇ ਨੋਨ ਫਰੈਂਡ ਸਰਕਲ ਚ, ਉਹਨਾਂ ਨੇ ਮੇਰੇ ਕੋਲ ਰੈਫਰ ਕੀਤਾ। ਉਹਨਾਂ ਦਿਨਾਂ 'ਚ ਮੈਂ ਕੋਆਪਰੇਟਿਵ ਕੰਪਨੀ ਦੀ ਜੌਬ ਕਰਦਾ ਹੁੰਦਾ ਸੀ ਤੇ ਚਲੋ ਹੋਮ ਆਟੋ ਇੰਸ਼ੋਰੈਂਸ ਲੈਣ ਆਏ ਸੀ ਜੀ ਮੇਰੇ ਕੋਲ। ਤੇ ਹੋਮ ਆਟੋ ਇੰਸ਼ੋਰੈਂਸ ਅਸੀਂ ਉਹਨਾਂ ਦੀ ਕੀਤੀ ਤੇ ਮੈਨੂੰ ਪਾਲਿਸੀ ਕਰਨ ਤੋਂ 7 ਮਹੀਨੇ ਬਾਅਦ ਕਾਲ ਆਈ ਜੀ ਉਹਨਾਂ ਲੇਡੀ ਦੀ, ਸੰਧੂ ਸਾਹਿਬ ਸੀਗੇ, ਉਹਨਾਂ ਦੀ ਮਿਸਿਸ ਸੰਧੂ ਦੀ। ਮੈਨੂੰ ਕਾਲ ਆਈ ਤੇ ਮੈਨੂੰ ਕਹਿੰਦੇ ਕਿ ਪਵਨਦੀਪ ਵੀ ਸਾਡੀ ਨਾ ਇੱਕ ਗੱਡੀ, ਜਿਹੜੇ 2 ਗੱਡੀਆਂ ਸੀਗੀਆਂ ਪਹਿਲਾਂ, ਇੱਕ ਗੱਡੀ ਵੀ ਡਿਲੀਟ ਕਰਨੀ ਹੈ ਵੀ ਅਸੀਂ ਉਹ ਵੇਚਣੀ ਹੈ, ਤੇ ਜਿਹੜਾ ਘਰ ਹੈ ਸਾਡਾ ਨਾ ਉਹਦੀ ਵੀ ਇੰਸ਼ੋਰੈਂਸ ਕੱਟ ਦਿਓ ਕਿਉਂਕਿ ਅਸੀਂ ਘਰ ਵੇਚਣ ਨੂੰ ਲਗਾ ਦਿੱਤਾ ਹੈਗਾ ਤੇ ਅਗਲੇ ਮਹੀਨੇ 26 ਤਰੀਕ ਨੂੰ ਸਾਡੀ ਕਲੋਜ਼ਿੰਗ ਹੈ ਜੀ। ਤੇ ਚਲੋ ਜੀ, ਉਦੋਂ ਤਾਂ ਜੋ ਮੈਨੂੰ ਕਲਾਇੰਟ ਨੇ ਇੰਸਟਰਕਸ਼ਨ ਦਿੱਤੀਆਂ ਤੇ ਮੈਂ ਫੋਲੋ ਕਰਨੀਆਂ ਚਾਹੀਆਂ ਉਸਨੂੰ। ਤੇ ਪਰ ਜਿਹੜੇ ਸੰਧੂ ਸਾਹਿਬ ਸੀਗੇ ਉਹ ਆਪ ਪਾਲਿਸੀ ਦੇ ਓਨਰ ਸੀਗੇ ਉਸ ਪਾਲਿਸੀ ਦੇ। ਤੇ ਬਰਾੜ ਸਾਹਿਬ ਕਾਨੂੰਨਨ ਤੌਰ ਤੇ ਨਾ ਜਿਹੜਾ ਪਾਲਿਸੀ ਦਾ ਓਨਰ ਹੁੰਦਾ ਜੀ, ਉਹਦੇ ਸਿਗਨੇਚਰ ਚਾਹੀਦੇ ਹੁੰਦੇ ਨੇ ਕੁਝ ਵੀ ਆਪਾਂ ਜੇ ਪਾਲਿਸੀ ਦੇ ਵਿੱਚ ਚੇਂਜ ਕਰਨੀ ਹੁੰਦੀ ਹੈ ਜੀ। ਤੇ ਮੈਂ ਉਹਨਾਂ ਨੂੰ ਕਿਹਾ ਵੀ ਠੀਕ ਹੈ ਮੈਮ, ਵੀ ਮੈਂ ਤੁਹਾਡੇ ਜਿਹੜੀ ਚੇਂਜਸ ਤੁਸੀਂ ਰਿਕੁਐਸਟ ਕੀਤੀਆਂ ਨੇ ਉਹ ਕਰ ਦਿੰਦਾ, ਬਟ ਮੈਨੂੰ ਸੰਧੂ ਸਾਹਿਬ ਦੇ ਸਾਈਨ ਚਾਹੀਦੇ ਨੇ ਜੀ। ਤੇ ਉਹ ਕਹਿੰਦੇ ਪਵਨਦੀਪ ਇਸ ਲਈ ਤਾਂ ਮੈਂ ਤੁਹਾਨੂੰ ਕਾਲ ਕੀਤੀ ਹੈ, ਸੰਧੂ ਸਾਹਿਬ ਦੀ ਡੈਥ ਹੋ ਗਈ ਹੈ ਜੀ। ਹਾਂਜੀ, ਤੇ ਕਹਿੰਦੇ ਵੀ ਜਿਹੜਾ ਉਹ ਮੇਨ ਪੁਆਇੰਟ ਹੈ ਵੀ ਘਰ ਵੀ ਹੁਣ ਅਫੋਰਡ ਨਹੀਂ ਹੋ ਰਿਹਾ ਉਹਨਾਂ ਤੋਂ, ਤੇ ਗੱਡੀ ਵੀ 2 ਤੋਂ 1 ਹੋ ਗਈ ਹੈ। ਸੋ ਵੀ ਇਸੇ ਉਹੀ ਕਾਰਨ ਸੀਗਾ ਕਿ ਵੀ ਅਸੀਂ ਤੈਨੂੰ ਕਾਲ ਕਰ ਰਹੇ ਹਾਂ। ਤੇ ਹੁਣ ਫਿਰ ਚਲੋ ਉਸ ਕੇਸ ਵਿੱਚ ਫਿਰ ਅੰਡਰ ਰਾਈਟਰ ਤੋਂ ਅਪਰੂਵਲ ਲੈ ਕੇ ਸਪੈਸ਼ਲ ਐਸਟੇਟ ਵਿੱਚ ਉਹ ਪਾਲਿਸੀ ਜਾਂਦੀ ਹੁੰਦੀ ਹੈ ਤੇ ਉਹਨਾਂ ਦੇ ਜਿਹੜੇ ਐਗਜ਼ੀਕਿਊਟਰ ਹੁੰਦੇ ਉਹਨੂੰ ਸਾਈਨ ਕਰਾ ਕੇ ਚੇਂਜ ਤਾਂ ਕਰ ਦਿੱਤੀ। ਬਟ ਉਸ ਵਾਕਿਆ ਨੇ ਬਰਾੜ ਸਾਹਿਬ ਇੱਕ ਬਹੁਤ ਬੜਾ ਲਾਈਕ ਇੰਪੈਕਟ ਪਾਇਆ ਮੇਰੀ ਸਾਈਕੀ ਦੇ ਉੱਤੇ। ਵੀ ਕਹਿਣ ਨੂੰ ਚਲੋ ਮੇਰੀ ਰੋਜ਼ੀ ਰੋਟੀ ਦਾ ਜ਼ਰੀਆ ਹੈਗਾ, ਬਟ ਜ਼ਿੰਮੇਦਾਰੀ ਹੈਗੀ। ਹੁਣ ਉਹ ਜ਼ਿੰਮੇਦਾਰੀ ਕਿੱਥੋਂ ਸ਼ੁਰੂ ਹੋਈ, ਜਦੋਂ ਫਾਈਨਲੀ ਫਿਰ ਚਲੋ ਅੰਡਰ ਰਾਈਟਰ ਨੇ ਅਪਰੂਵ ਕਰਤਾ ਵੀ ਮਿਸਿਸ ਸੰਧੂ ਸਾਈਨ ਕਰਕੇ ਕਰ ਸਕਦੇ ਨੇ। ਆਏ ਮੇਰੇ ਕੋਲ ਆਫਿਸ ਚ ਉਹ, ਤਾਂ ਉਹਨਾਂ ਨੇ ਜਦੋਂ ਆਫਿਸ ਚ ਆਏ ਨਾ, ਬਾਹਰ ਵਾਕਿੰਗ ਕਰ ਰਹੇ ਸੀ ਤਾਂ ਹਰ ਆਫਿਸ ਦੇ ਵਿੱਚ ਜਿੱਥੇ ਵੀ ਇੰਸ਼ੋਰੈਂਸ ਵਿਕਦੀ ਹੈ ਜੀ, ਉੱਥੇ ਸਾਰੇ ਸਾਈਨ ਲਗਾਏ ਹੁੰਦੇ ਨੇ ਵੀ ਅਸੀਂ ਕਿਹੜੇ ਪ੍ਰੋਡਕਟਸ ਵਿੱਚ ਡੀਲ ਕਰਦੇ ਹਾਂ, ਆਟੋ, ਹੋਮ, ਲਾਈਫ ਜਾਂ ਵਗੈਰਾ, ਹਨਾ। ਤੇ ਉਹ ਮੈਨੂੰ ਉਹਨਾਂ ਨੇ ਪੜ੍ਹਿਆ ਹੋਣਾ ਵੀ ਲਾਈਫ ਦੇ ਉੱਤੇ ਸਾਈਨ ਲਗਾਏ ਹੋਏ ਸੀ, ਔਰ ਮੇਰੇ ਬਿਜ਼ਨਸ ਕਾਰਡ ਦੇ ਉੱਤੇ ਵੀ ਲਿਖਿਆ ਹੋਇਆ ਸੀ ਵੀ ਕਿਹੜੇ ਚ ਅਸੀਂ ਪ੍ਰੋਡਕਟਸ ਡੀਲ ਕਰਦੇ ਹਾਂ। ਕਹਿੰਦੇ ਪਵਨਦੀਪ ਤੁਸੀਂ ਲਾਈਫ ਵੀ ਕਰਦੇ ਹੋ? ਮੈਂ ਕਿਹਾ ਹਾਂਜੀ। ਕਹਿੰਦੇ ਤੂੰ ਸਾਨੂੰ ਉਦੋਂ ਦੱਸ ਦਿੱਤਾ ਹੁੰਦਾ ਜਦੋਂ ਅਸੀਂ ਆਟੋ ਹੋਮ ਤੇਰੇ ਕੋਲ ਲੈਣ ਆਏ ਸੀ, ਸ਼ਾਇਦ ਅੱਜ ਅਸੀਂ ਆਪਣੇ ਘਰ ਚ ਹੁੰਦੇ। ਪਵਨ, ਇਹ ਜਿਹੜੀ ਤੁਸੀਂ ਗੱਲ ਦੱਸੀ ਨਾ, ਦੇਖੋ ਕਈ ਵਾਰ ਨਾ ਇਹ ਅੱਗੇ ਮੇਰਾ ਸਵਾਲ ਇਹੀ ਹੋਣਾ ਸੀਗਾ, ਹਨਾ, ਅੱਗੇ ਮੇਰਾ ਸਵਾਲ ਤੁਹਾਨੂੰ ਇਹ ਵੀ ਮੈਂ ਕਰਨਾ ਸੀ ਜੀ। ਕੰਟੀਨਿਊ। ਤੇ ਬਰਾੜ ਸਾਹਿਬ ਹੁਣ ਕਈ ਵਾਰ ਅਸੀਂ ਦੇਖੋ ਵੀ ਹਰ ਬੰਦਾ ਜਿੱਥੇ ਵੀ ਉਹਨੂੰ ਬਹੁਤੀ ਸੋਚ ਦੀ ਜ਼ਿਆਦਾ ਘੋੜੇ ਦੌੜਾਉਣ ਦੀ ਲੋੜ ਨਹੀਂ। ਇੰਨਾ ਕਿ ਜੇ ਆਪਾਂ ਕੈਲਕੂਲੇਟ ਕਰ ਲਈਏ ਵੀ ਓਕੇ, ਵੀ ਜੇ ਮੈਂ ਮੰਨ ਲਾ 20 ਸਾਲ ਤੋਂ ਕੈਨੇਡਾ ਵਿੱਚ ਹੈਗਾ ਜੀ, 20 ਸਾਲ ਤੋਂ ਮੈਂ ਕੈਨੇਡਾ ਚ, ਤੇ ਅੱਜ ਮੇਰੇ ਸੇਵਿੰਗ ਅਕਾਊਂਟ ਚ 20 ਸਾਲ ਦੇ ਕੰਮ ਕਰ ਤੋਂ ਜਾਂ 10 ਸਾਲ ਤੋਂ ਯਾਰ ਕਿਤੇ ਵੀ ਇੰਡੀਆ ਚ ਕੰਮ ਕਰਦਾ ਆਇਆ ਵੀ 20-30 ਸਾਲਾਂ ਤੋਂ ਜਾਂ 10 ਸਾਲ ਤੋਂ ਵੀ, ਇੰਨੇ ਸਾਲ ਕੰਮ ਕਰਨ ਦੇ ਬਾਵਜੂਦ ਮੇਰੇ ਕੋਲ ਜੇ ਅੱਜ ਅਕਾਊਂਟ ਚ ਸਿਰਫ 10 ਜਾਂ 20 ਹਜ਼ਾਰ ਡਾਲਰ ਹੈਗਾ, ਮੇਰੇ ਹੋਣ ਦੇ ਬਾਵਜੂਦ ਜੀ, ਵੀ ਕੀ ਮੇਰਾ ਪਰਿਵਾਰ ਅਗਲਾ
ਸਾਲ ਜਾਂ ਅਗਲਾ ਦਸ਼ਕ ਦੇਖ ਵੀ ਸਕੂਗਾ, ਕਿਉਂਕਿ ਜਦ ਇੱਕ ਬੰਦਾ ਚਲੇ ਜਾਂਦਾ ਵੀ ਉਸ ਤੋਂ ਬਾਅਦ ਜੋ ਤੁਹਾਡੀ ਫੈਮਿਲੀ ਦੇ ਸਾਹਮਣੇ ਹਾਲਾਤ ਪੇਸ਼ ਹੁੰਦੇ ਨੇ ਬਰਾੜ ਸਾਹਿਬ, ਉਹ ਬੜੇ ਹੀ ਭਿਆਨਕ ਹੁੰਦੇ ਨੇ ਜੀ। ਪਹਿਲਾਂ ਤਾਂ ਚਲੋ ਇੱਕ ਕਿਸੇ ਜੀ ਦੇ ਜਾਣ ਦਾ ਵਿਛੋੜਾ ਜੀ, ਫਿਰ ਉਸ ਤੋਂ ਬਾਅਦ ਉਸ ਜੀ ਦੇ ਨਾਲ ਜਿਹੜਾ ਲਾਈਵਲੀਹੁੱਡ ਜਾਂ ਜਿਹੜੀ ਆਮਦਨ ਆਈ ਸੀ ਉਸ ਦਾ ਵਿਛੋੜਾ ਜੀ। ਠੀਕ ਹੈ ਨਾ, ਜਿਹੜੀ ਫਿਜ਼ੀਕਲ ਡੈਥ ਹੈ ਉਹ ਤਾਂ ਇੱਕ ਵਾਰ ਹੁੰਦੀ ਹੈ ਜੀ, ਬਟ ਜਿਹੜੀ ਉਸ ਫੈਮਿਲੀ ਦੇ ਜੀਆਂ ਦੇ ਅਰਮਾਨਾਂ ਦੀ ਡੈਥ ਹੈ ਉਹ ਹਰ ਸਾਲ, ਹਰ ਮਹੀਨੇ, ਹਰ ਰੋਜ਼ ਹੁੰਦੀ ਹੈ, ਕਿਉਂਕਿ ਫਿਰ ਉਸ ਫੈਮਿਲੀ ਨੂੰ ਬੜੇ ਸੈਕਰੀਫਾਈਸਿਸ ਕਰਨੇ ਪੈਂਦੇ ਨੇ ਜੀ, ਕਿਉਂਕਿ ਜਿਸ ਦਾ ਇੱਕ ਪ੍ਰਾਇਮਰੀ ਬ੍ਰੈਡ ਵਿਨਰ ਚਲਾ ਗਿਆ ਜੀ, ਤੇ ਉਸ ਦੇ ਨਾਲ ਨਾਲ ਉਸ ਜਿਹੜੀ ਇਨਕਮ ਦਾ ਪਲੱਗ ਸੀਗਾ ਉਹ ਵੀ ਅਨਪਲੱਗ ਹੋ ਗਿਆ। ਵੈਸੇ ਤਾਂ ਇੱਕ ਸ਼ੁਗਲ ਵਾਲੀ ਗੱਲ ਹੁੰਦੀ ਹੈ, ਸ਼ੁਰੂ ਚ ਜਦ ਮੈਂ ਕੀਤਾ ਸੀ ਤਾਂ ਇੱਕ ਕਹਿੰਦੇ ਵੀ ਇਹ ਲਾਈਫ इंश्योरेंस वाले भी गजब ढाते हैं, बैठकर पत्नी की बगल में पति के मरने के फायदे बताते हैं। ਚਲੋ ਫਾਇਦੇ ਆਪਾਂ ਉਧਰ ਨਾ ਗੱਲ ਲੈ ਕੇ ਜਾਈਏ, ਇਨ ਦ ਸੈਂਸ ਇਹ ਜ਼ਰੂਰ ਹੈ ਕਿ ਜਿਹੜੀ ਤੁਹਾਡੇ ਪਿੱਛੇ ਸਰਵਾਈਵਿੰਗ ਫੈਮਿਲੀ ਰਹਿ ਜਾਂਦੀ ਹੈ ਜੀ, ਉਹਨੂੰ ਇੱਕ ਫਾਈਟਿੰਗ ਚਾਂਸ ਮਿਲ ਜਾਂਦਾ ਹੈ ਜੀ, ਕਿਉਂਕਿ ਐਟ ਦੈਟ ਪੁਆਇੰਟ ਜਦੋਂ ਇੱਕ ਜੀ ਜਾਂਦਾ ਹੈ ਤਾਂ ਜਿਹੜੇ ਪਿੱਛੇ ਫੈਮਿਲੀ ਆ ਉਹ ਇਹ ਨਹੀਂ ਸੋਚ ਰਹੀ ਹੁੰਦੀ ਕਿ ਵੀ ਅਸੀਂ ਹੁਣ ਕੰਮ ਕਿਵੇਂ ਕਰੀਏ, ਅਸੀਂ ਅਗਲਾ ਪੈਸਾ ਕਿੱਥੋਂ ਲੈ ਕੇ ਆਈਏ। ਪਹਿਲਾਂ ਤਾਂ ਉਹਨਾਂ ਦੇ ਉਹ ਜਿਹੜਾ ਵਿਯੋਗ ਹੈ ਉਸ 'ਚ ਹੀ ਉਹਨਾਂ ਦਾ ਧਿਆਨ ਹੁੰਦਾ ਸਾਰਾ ਜੀ। ਸੋ ਤੁਸੀਂ ਆਪਣੇ ਜਿਹੜੇ ਪਿੱਛੇ ਸਰਵਾਈਵਰਸ ਨੇ ਉਹਨਾਂ ਲਈ ਜਿਹੜੀ ਲੜਾਈ ਹੈ ਬਹੁਤ ਜ਼ਿਆਦਾ ਬੜੀ ਕਰ ਜਾਂਦੇ ਹੋ ਜੇ ਤੁਸੀਂ ਕਿ ਵਾਈਲ ਯੂ ਆਰ ਅਲਾਈਵ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਅਰੇਂਜ ਨਹੀਂ ਕਰਕੇ ਰੱਖਦੇ। ਸਾਡੇ ਕੈਨੇਡਾ ਵਰਗੇ ਮੁਲਕ ਦੀ ਬਰਾੜ ਸਾਹਿਬ ਇੱਕ ਸੱਚਾਈ ਹੈ ਕਿ ਇਨ ਦਿਸ ਕੰਟਰੀ ਯੂ ਨੀਡ ਕ੍ਰੈਡਿਟ ਟੂ ਲਿਵ, ਕੈਸ਼ ਟੂ ਡਾਈ ਜੀ। ਜ਼ਿੰਦਗੀ ਦੀ ਹਰ ਇੱਕ ਛੋਟੀ ਤੋਂ ਵੱਡੀ ਲੋੜ ਸਾਡੀ ਉਰੇ ਕ੍ਰੈਡਿਟ ਤੇ ਹੈ। ਸਾਡੇ ਗੱਡੀਆਂ, ਸਾਡੇ ਮਕਾਨ, ਸਾਡੇ ਬਿਜ਼ਨਸ, ਸਾਡੇ ਟਰੱਕ, ਸਾਡੇ ਵੇਅਰ ਹਾਊਸ, ਸਾਡੀ ਕਾਰਗੋ, ਸਾਡਾ ਸਾਰੀਆਂ ਸਪਲਾਈਜ਼, ਹਰ ਚੀਜ਼ ਜ਼ਿਆਦਾਤਰ ਅਸੀਂ ਲੋਕ ਕ੍ਰੈਡਿਟ ਤੇ ਲੈਂਦੇ ਹਾਂ ਜੀ। ਬਟ ਮੇਕ ਸ਼ੋਰ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ ਕਿ ਵੈਨ ਵੀ ਚੈੱਕ ਆਊਟ ਬਿਫੋਰ ਦੈਟ ਡੇ ਅਸੀਂ ਇਨਫ ਅਰੇਂਜਮੈਂਟ ਕਰਕੇ ਰੱਖੇ ਨੇ ਕਿ ਉਹਨਾਂ ਸਾਰੀਆਂ ਚੀਜ਼ਾਂ ਦੀ ਟੇਕ ਕੇਅਰ ਹੋ ਜਾਵੇ। ਭਵਨ, ਮੈਂ ਨਾ ਇਹ ਜਿਹੜੀਆਂ ਆਹ ਗੱਲਾਂ ਤੁਸੀਂ ਮੈਨੂੰ ਦੱਸਤੀਆਂ ਠੀਕ ਹੈ, ਪਰ ਮੈਂ ਚਾਹੁੰਦਾ ਵੀ ਕਿਉਂ, ਤੁਹਾਨੂੰ ਪਹਿਲਾਂ ਹੀ ਸਵਾਲ ਕੀਤਾ ਕਿਉਂ, ਉਹਦਾ ਕਾਰਨ ਅਵੇਅਰਨੈਸ ਦੀ ਘਾਟ, ਮਨੀ ਦੀ ਘਾਟ, ਕਿਹੜੀ ਘਾਟ ਆ ਔਰ ਉਹਨੂੰ ਪੂਰਾ ਕਿੱਦਾਂ ਕਰਨਾ, ਅੱਗੇ ਸਵਾਲ ਆਊਗਾ ਜੀ। ਬਸ ਮੈਂ ਲਾਈਕ ਪਲੀਜ਼ ਮੇਰੀ ਗੱਲ ਤੋਂ ਕੋਈ ਅਫੈਂਡ ਨਾ ਹੋਵੇ ਜੀ, ਮੈਂ ਕਿਸੇ ਦੀ ਭਾਵਨਾ ਨੂੰ ਹਰਟ ਨਹੀਂ ਕਰਨਾ ਚਾਹੁੰਦਾ, ਬਟ ਮਨੀ ਦੀ ਘਾਟ ਮੈਂ ਨਹੀਂ ਜੀ ਮੰਨਦਾ ਹੈਗਾ, ਕਿਉਂਕਿ ਮਨੀ ਦੀ ਘਾਟ ਮੈਂ ਇਸ ਲਈ ਨਹੀਂ ਮੰਨਦਾ ਕਿ ਮੈਂ ਕਈ ਲੋਕਾਂ ਨੂੰ ਦੇਖਿਆ ਜਿੱਥੇ ਲੋੜ 2 ਗੱਡੀਆਂ ਦੀ ਹੁੰਦੀ ਹੈ ਉੱਥੇ ਉਹਨਾਂ ਦੇ ਘਰ 4-4 ਵੀ ਹੈਗੀਆਂ ਨੇ। ਮੈਂ ਗੱਡੀਆਂ ਦੀ ਵੀ ਇੰਸ਼ੋਰੈਂਸ ਕਰਦਾ ਸੀ, ਮੈਨੂੰ ਆਈ ਮੀਟ ਵਿਦ ਫੈਮਲੀਜ਼ ਔਨ ਅ ਵੈਰੀ ਪਰਸਨਲ ਲੈਵਲ ਤੇ ਠੀਕ ਹੈ, ਉਹ ਲੋੜਾਂ ਜ਼ਿਆਦਾ ਵਧਾਈਆਂ ਹੋਈਆਂ ਬਟ ਇਹਨੂੰ ਮੰਨਦੇ ਨਹੀਂ ਹੈਗੇ। ਸੋ ਮਨੀ ਦੀ ਘਾਟ ਨਹੀਂ ਹੈਗੀ, ਮੈਂ ਤਾਂ ਕਹਾਂਗਾ ਜਾਂ ਤਾਂ ਉਹਨਾਂ ਦੀ ਇਸ ਰਿਸਪੌਂਸਿਬਿਲਿਟੀ ਨੂੰ ਐਕਸੈਪਟ ਕਰਨ ਦੀ ਘਾਟ ਹੈ, ਜ਼ਿੰਮੇਵਾਰੀ ਆਪਣੇ ਉੱਤੇ ਲੈਣ ਦੀ ਘਾਟ ਹੈ ਜੀ ਕਿ ਵੀ ਮੈਂ ਕੀ ਕਰਨਾ ਹੈਗਾ ਆਪਣੇ ਪਰਿਵਾਰ ਲਈ। ਸਿੰਪਲੀ ਸੇਇੰਗ ਕਿਸੇ ਨੂੰ ਕਿ ਆਈ ਲਵ ਯੂ, that does not mean it anything until you prove it। ਆਪਣੇ ਪਰਿਵਾਰ ਲਈ ਜੇ ਤੁਸੀਂ ਆਲਰੇਡੀ ਇਨਫ ਅਰੇਂਜਮੈਂਟਸ ਕੀਤੇ ਹੋਏ ਨੇ, ਉਹ ਇੱਕ ਅਸਲੀ ਜ਼ਿੰਮੇਦਾਰ ਬੰਦਾ ਹੈਗਾ ਜੀ। ਹੋ ਸਕਦਾ ਕਈ ਨੂੰ ਸ਼ਾਇਦ ਮੇਰੀ ਇਹ ਗੱਲ ਇਸ ਲਈ ਲੱਗੇ ਵੀ ਚਲੋ ਇਹ ਤਾਂ ਇੰਸ਼ੋਰੈਂਸ ਵੇਚਦਾ ਹੈਗਾ, ਦਾ ਸੌਦਾ ਹੈਗਾ ਤਾਂ ਇਹ ਗੱਲਾਂ ਕਹਿ ਰਿਹਾ, ਬਟ ਨਹੀਂ ਜੀ, ਤੁਸੀਂ ਆਪਣੀ ਲਾਈਫ ਤੇ ਇਹ ਚੀਜ਼ਾਂ ਅਪਲਾਈ ਕਰਕੇ ਦੇਖੋ ਵੀ ਜੇ ਕੱਲ ਨੂੰ ਤੁਹਾਨੂੰ ਕੱਲ ਰਾਤ ਕੁਝ ਹੋ ਜਾਂਦਾ ਤਾਂ ਅੱਜ ਤੁਹਾਡੀ ਫੈਮਿਲੀ ਕਿਹੜੇ ਮੋੜ ਤੇ ਖੜੀ ਹੁੰਦੀ ਜੀ। ਭਵਨ, ਹੁਣ ਮੈਂ ਇੰਡੀਆ ਗਿਆ ਸੀ ਬਰਾੜ ਸਾਹਿਬ 2 ਮਹੀਨੇ ਲਈ, ਤੁਹਾਨੂੰ ਪਤਾ ਹੈ ਨਾ, ਤੇ ਮੇਰੀ ਵਾਈਫ ਨੂੰ ਤੁਹਾਨੂੰ ਕੁਝ ਵੀ ਨਹੀਂ ਸੀ ਪਤਾ, ਸਾਰਾ ਪਿੱਛੇ ਕੁਝ ਕੀ ਚੱਲ ਰਿਹਾ, ਕਈ ਬਿਲਸ ਪੇ ਕਰਨੇ ਵਾਲੇ ਸੀਗੇ, ਉਹ ਆ ਕੇ ਸਾਰੇ ਮੈਂ ਟੇਕ ਕੇਅਰ ਕੀਤੇ, ਤੇ ਕੁਝ ਬੈਂਕ ਅਕਾਊਂਟਸ ਦੀ ਸੀਗੀ, ਤੇ ਉਹ ਹੁਣ ਮੈਂ ਉੱਥੋਂ ਅੰਦਾਜ਼ਾ ਲਾ ਕੇ ਫਿਰ ਬੰਦਾ ਹੋਰ ਡਰ ਜਾਂਦਾ। 2 ਮਹੀਨੇ 'ਚ ਇਹ ਹਾਲ ਹੋ ਗਿਆ ਹੈਗਾ ਵੀ ਰੱਬ ਨਾ ਕਰੇ ਜਿਹੜੇ ਜੀ ਨੇ ਕਦੇ ਮੁੜਨਾ ਹੀ ਨਹੀਂ ਹੈਗਾ, ਉਸ ਤੋਂ ਬਾਅਦ ਉਹਦਾ ਕੌਣ ਵਾਲੀ ਵਾਰਿਸ ਹੋਊਗਾ। ਜੀ ਭਵਨ, ਅਗਲਾ ਸਵਾਲ ਮੇਰਾ ਜਿਹੜਾ ਆਉਂਦਾ ਹੈ ਕਿ ਐਡਵਾਈਜ਼ਰ ਦੀ ਘਾਟ ਹੈਗੀ ਆ ਕਿ ਉਹ ਸਾਹਮਣੇ ਵਾਲੇ ਬੰਦੇ ਨੂੰ ਦੱਸ ਨਹੀਂ ਸਕਿਆ, ਉਹਨੂੰ ਮਤਲਬ ਇੰਨੇ ਵਧੀਆ ਤਰੀਕੇ ਨਾਲ, ਮਤਲਬ ਕਿਹੜਾ ਕੀ ਮਤਲਬ ਕਿੱਥੇ ਮਤਲਬ ਘਾਟ, ਜਿਵੇਂ ਤੁਸੀਂ ਮਨੀ ਦੀ ਕਹਿਤੀ ਕਿ ਨਹੀਂ ਇਹ ਸਾਡੇ ਖਰਚੇ ਵਧਾਏ ਆ, ਬਿਲਕੁਲ ਸਹੀ ਗੱਲ ਆ ਤੁਹਾਡੀ, ਪਰ ਜ਼ਿਆਦਾਤਰ ਲੋਕ ਕੰਪਲੇਂਟ ਕਰਦੇ ਆ ਕਿ ਮਨੀ ਨਹੀਂ ਹੈਗੀ ਯਾਰ ਐਕਸਟਰਾ ਦੇਣ ਨੂੰ, ਵੀ ਇਹ ਮੈਂ ਕਿੱਥੇ ਦੇਵਾਂ, ਇਹਨੂੰ ਫਜ਼ੂਲ ਖਰਚਾ ਸਮਝਿਆ ਜਾਂਦਾ। ਲਾਈਫ ਇੰਸ਼ੋਰੈਂਸ ਨੂੰ ਫਜ਼ੂਲ ਖਰਚਾ ਸਮਝਿਆ ਜਾਂਦਾ ਹੈ, ਜਿਹੜਾ ਤੁਸੀਂ ਕਰਤਾ ਕਿ ਨਹੀਂ ਇਹ ਫਜ਼ੂਲ ਨਹੀਂ, ਇਹ ਸਿਰਫ ਐਕਸਕਿਊਜ਼ ਆ। ਠੀਕ ਹੈ, ਅਗਲਾ ਸਵਾਲ ਮੇਰਾ ਆ ਜਾਓ ਕਿ ਐਡਵਾਈਜ਼ਰ ਦੀ ਘਾਟ ਤਾਂ ਨਹੀਂ ਗੀ ਕਿਤੇ ਕਿ ਉਹ ਦੱਸ ਨਹੀਂ ਸਕਿਆ ਜਾਂ ਐਡਵਾਈਜ਼ਰ ਨੂੰ ਸੁਣਨ ਲਈ ਤਿਆਰ ਨਹੀਂ ਗੇ? ਬਰਾੜ ਸਾਹਿਬ, ਐਡਵਾਈਜ਼ਰ ਦੀ ਨਹੀਂ, ਐਡਵਾਈਜ਼ਰ ਜੇ ਤੁਸੀਂ ਕਾਊਂਟ ਦੇ ਬੇਸ ਤੇ ਚੱਲੋ ਤਾਂ ਐਡਵਾਈਜ਼ਰ ਤਾਂ ਬਹੁਤ ਹੈ ਜੀ, GTA 'ਚ ਇਕੱਲਾ 30-40 ਹਜ਼ਾਰ ਐਡਵਾਈਜ਼ਰ ਹੈਗਾ ਜੀ। ਸੋ ਉਸ ਦੀ ਘਾਟ ਨਹੀਂ ਹੈਗੀ। ਐਡਵਾਈਜ਼ਰ ਮੈਂ ਇੱਥੇ ਜ਼ਰੂਰ ਇੱਕ ਉਹ ਕਰਾਂਗਾ ਕਿ ਐਜ਼ ਅ ਸਾਈਡ ਡਿਸਟਰੈਕਸ਼ਨ ਬਹੁਤ ਵੱਧ ਗਈਆਂ ਨੇ। ਸੋ
ਅੱਜ ਕੱਲ ਜਿੰਨੇ ਲਾਇਸੈਂਸਿਸ ਡਿਸਟ੍ਰੀਬਿਊਟ ਹੋ ਰਹੇ ਨੇ ਔਰ ਜਿਸ ਤਰ੍ਹਾਂ ਦੇ ਬੰਦਿਆਂ ਨੂੰ ਡਿਸਟ੍ਰੀਬਿਊਟ ਹੋ ਰਿਹਾ ਔਰ ਕਿਸ ਤਰ੍ਹਾਂ ਦੇ ਕੁਝ ਵੱਖਰੇ ਜਿਹੇ ਮਾਡਲ ਸਾਡੇ ਸਾਹਮਣੇ ਆ ਰਹੇ ਨੇ, ਲੋਕਾਂ ਦਾ ਵੀ ਕੁਝ ਹੱਦ ਤੱਕ ਉਹਨਾਂ ਦਾ ਵਿਚਾਰਿਆਂ ਦਾ ਕਸੂਰ ਨਹੀਂ ਕੱਢਿਆ ਜਾ ਸਕਦਾ, ਕਿਉਂਕਿ ਕਈਆਂ ਦੇ ਦੰਦ ਖੱਟੇ ਹੋਏ ਨੇ ਬੇਸਡ ਔਨ ਦਾ ਐਕਸਪੀਰੀਅੰਸ ਦੇ ਹੈਡ, ਵੀ ਕਿਸ ਤਰ੍ਹਾਂ ਦੀ ਉਹਨਾਂ ਨੂੰ ਪਲੈਨਿੰਗ ਕਰਕੇ ਦਿੱਤੀ ਜਾ ਰਹੀ ਸੀ। ਬਹੁਤ ਰੀਸੈਂਟਲੀ ਇੱਕ ਫੈਮਿਲੀ ਨੂੰ ਅਸੀਂ, ਤੁਹਾਨੂੰ ਪਤਾ ਹੀ ਹੈ ਮੇਰੇ ਉਹ ਜਾਣ ਪਛਾਣ ਦੇ ਬੰਦੇ ਸੀਗੇ, 2015 ਚ ਉਹਨਾਂ ਦੀ ਡੈਥ ਹੋ ਗਈ ਸੀਗੀ। ਸੋ ਕਿਸੇ ਐਡਵਾਈਜ਼ਰ ਨੇ ਉਹਨਾਂ ਦੀ ਸਿਰਫ $3.5 ਲੱਖ ਦੀ ਪਾਲਿਸੀ ਕਰਕੇ ਦਿੱਤੀ, ਜਦਕਿ ਉਹਨਾਂ ਦੀ ਮੌਰਗੇਜ ਹੀ 8 ਲੱਖ ਦੇ ਨੇੜੇ ਸੀਗੀ ਜੀ। ਸੋ ਕਿਉਂਕਿ ਜਿਹੜੀ 3.5 ਲੱਖ ਵਾਲੀ ਪਾਲਿਸੀ ਸੀਗੀ ਉਹ ਕਮਿਸ਼ਨ ਬਹੁਤ ਜ਼ਿਆਦਾ ਪੇ ਕਰਦੀ ਸੀ ਜੀ, ਆਲਮੋਸਟ ਡਬਲ ਦਾ ਕਮਿਸ਼ਨ, ਜੋ ਕਿ ਜੇ ਉਹਨਾਂ ਨੇ ਟਰਮ ਪਾਲਿਸੀ ਲੱਤੀ ਹੁੰਦੀ ਆਪਣੀ ਪਹਿਲਾਂ ਨੀਡਸ ਨੂੰ ਕਵਰ ਕਰਨ ਲਈ। ਸੋ ਚਲੋ ਅਸੀਂ ਉਹਨਾਂ ਦੀ ਪਾਲਿਸੀ ਉਦੋਂ ਸਵਿਚ ਕੀਤੀ ਤੇ ਜੋ ਉਹਨਾਂ ਨੂੰ ਐਕਚੁਅਲ ਲੋੜੀਂਦੀ ਸੀਗੀ ਉਹ ਕਰਕੇ ਦਿੱਤੀ ਉਹਨਾਂ ਦੀ। ਤੇ ਹੁਣ ਜਦੋਂ ਉਹ ਚਲੋ ਅੱਜ ਉਸ ਚੀਜ਼ ਤੇ ਉਸ ਤਰ੍ਹਾਂ ਦੇ ਜਿਹੜੇ ਸਿਨੈਰੀਓਜ਼ ਹੁੰਦੇ ਆਪਣੇ ਆਪ ਤੇ ਫਿਰ ਮਾਣ ਹੁੰਦਾ ਵੀ ਅੱਜ ਉਹ ਫੈਮਿਲੀ ਪਰਿਵਾਰ ਜਿਹੜੇ ਆਪਣੇ ਘਰ 'ਚ ਬੈਠਾ ਹੈਗਾ, ਵੀ ਆਪਾਂ ਇੱਕ ਸਾਡੇ ਲਈ ਤਾਂ ਚਲੋ ਇੱਕ ਪੈਨ ਨਹੀਂ ਹਿਲਾਉਣਾ ਸੀ, ਅਸੀਂ ਸਾਈਨ ਕਰਾ ਕੇ ਪਾਲਿਸੀ ਕਰਵਾ ਦਿੱਤੀ ਸੀ ਸਹੀ ਟਾਈਮ ਤੇ। ਬਟ ਹਾਂਜੀ ਉੱਥੇ ਹੁਣ ਉਹਨਾਂ ਦੇ ਜਿੰਨਾ ਕੁ ਉਹ ਪਾਲਿਸੀ ਹੋਣ ਤੋਂ ਬਾਅਦ ਉਹਨਾਂ ਦਾ ਸਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ, ਉਹ ਤਾਂ ਕਹਿੰਦੇ ਵੀ ਆਪ ਕਹਿੰਦੇ ਹੁੰਦੇ ਸੀ ਵੀ ਆਹ ਚੀਜ਼ਾਂ ਸਾਡੇ ਨਾਲ ਡਿਸਕਸ ਨਹੀਂ ਸੀ ਕੀਤੀਆਂ ਗਈਆਂ ਜੀ ਕਦੇ ਵੀ। ਇੱਕ ਰੂਲ ਆਫ ਥੰਬ ਵੀ ਬਣਾਇਆ ਹੋਇਆ ਸੀ ਆਪਣੀ, ਖਾਸ ਤੌਰ ਤੇ ਪੰਜਾਬੀ ਭਾਈਚਾਰੇ, ਓਕੇ ਤੁਸੀਂ 5 ਲੱਖ ਦੀ ਲੈ ਲਓ ਜੀ, 4 ਲੱਖ ਦੀ ਤੁਸੀਂ ਟਰਮ ਲੈ ਲਓ, ਲੱਖ ਦੀ ਪਰਮਾਨੈਂਟ ਲੈ ਲਓ। ਪਰ ਉਹ ਦੌਰ ਹੋਰ ਸੀਗਾ ਬਰਾੜ ਸਾਹਿਬ, ਜਦੋਂ ਉਹ ਦੌਰ ਉਹ ਸੀ ਜਦੋਂ ਕਿ 2.5 ਲੱਖ ਦਾ ਘਰ ਹੁੰਦਾ ਸੀ ਜੀ। ਹੁਣ ਅੱਜ ਦੀ ਤਰੀਕ 'ਚ ਐਵਰੇਜ ਘਰ ਦੇ ਉੱਤੇ 7 ਤੋਂ 7.5 ਲੱਖ ਐਟਲੀਸਟ ਤਾਂ ਮੌਰਗੇਜ ਹੀ ਖੜੀ ਹੁੰਦੀ ਹੈ ਜੀ। ਖਾਸ ਤੌਰ ਤੇ ਜਿਹੜੇ ਲੋਕ ਅੱਜ ਦੀ ਤਰੀਕ 'ਚ ਘਰ ਲੈ ਰਹੇ ਨੇ, ਜਿਨ੍ਹਾਂ ਨੇ ਬਰੈਂਪਟਨ ਦੇ ਨੇੜੇ ਤੇੜੇ ਜਾਂ ਬਰੈਂਪਟਨ ਦੇ ਅਰਾਊਂਡ ਸਬਰਬਸ ਵਿੱਚ ਘਰ ਲੈਣਾ ਹੈਗਾ, ਜੇ 2 ਬੱਚੇ ਹੋਏ $1 ਲੱਖ ਉਹਨਾਂ ਦੀ ਪੜ੍ਹਾਈ ਦਾ ਲਾ ਲਓ, 7 ਲੱਖ ਦੀ ਮੌਰਗੇਜ ਹੈ, ਲੱਖ ਪੜ੍ਹਾਈ ਦਾ ਲਾ ਲਓ, 9 ਲੱਖ ਤੇ ਹੀ ਹੋ ਗਿਆ। ਫਿਰ ਗੱਡੀ ਵੀ ਕੋਈ ਲੋਨ ਤੇ ਹੋਊਗੀ, ਇਸ ਤਰ੍ਹਾਂ ਦੀਆਂ ਲੋੜਾਂ ਹੋਣਗੀਆਂ ਵੀ ਆਲਮੋਸਟ $1 ਮਿਲੀਅਨ ਤੱਕ ਤਾਂ ਨਾਰਮਲ ਹਰ ਕਿਸੇ ਦੀ ਲੋੜ ਪਹੁੰਚੀ ਪਈ ਹੈ ਜੀ ਅੱਜ ਦੀ ਤਰੀਕ ਵਿੱਚ ਜੀ। ਤੇ ਫਿਰ ਹੁਣ ਕਈ ਲੋਕ ਕਹਿੰਦੇ ਸਾਡੀ ਮੌਰਗੇਜ ਪੇ ਆਫ ਹੋ ਚੁੱਕੀ ਹੈ, ਸਾਨੂੰ ਕੀ ਲੋੜ ਹੈ ਇਸ ਦੀ, ਹਨਾ। ਤੇ ਉੱਥੇ ਵੀ ਦੇਖੋ ਐਟ ਦਾ ਸੇਮ ਟਾਈਮ ਹੁਣ ਇੱਕ ਸਮਾਂ ਐਸਾ ਸੀ ਬਰਾੜ ਸਾਹਿਬ ਜਦੋਂ 67 ਸਾਲ ਬੰਦੇ ਦੀ ਐਵਰੇਜ ਏਜ ਮੰਨੀ ਜਾਂਦੀ ਸੀ। ਅੱਜ ਦੀ ਤਰੀਕ 'ਚ ਜੋ ਮੈਡੀਕਲ ਐਡਵਾਂਸਮੈਂਟ ਹੋ ਰਹੀ ਹੈ, ਸਾਇੰਸ ਅੱਗੇ ਤਰੱਕੀ ਕਰ ਰਹੀ ਹੈਗੀ ਹੈ, ਜਿਹੜੀ ਬੰਦੇ ਦੀ ਏਜ ਹੈ ਈਵਨ ਐਵਰੇਜ ਕੈਨੇਡੀਅਨ ਮੇਲ ਅਕੋਰਡਿੰਗ ਟੂ ਸਟੈਟਸ ਕੈਨੇਡਾ ਉਹ ਵੀ 83 ਸਾਲ ਤੱਕ ਦੀ ਜ਼ਿੰਦਗੀ ਭੋਗਦਾ ਹੈਗਾ ਜੀ। ਤੇ ਜ਼ਿੰਦਗੀ ਜੇ 19 ਉਹ ਭੋਗਦਾ ਹੈਗਾ ਤਾਂ 65 ਸਾਲ ਦੀ ਉਮਰ ਤੋਂ ਬਾਅਦ ਜੇ ਬੰਦਾ ਰਿਟਾਇਰ ਵੀ ਹੁੰਦਾ ਫਿਰ ਵੀ ਉਹਦੇ 18 ਸਾਲ ਪਏ ਨੇ। ਉਹ 18 ਸਾਲ ਤੁਹਾਡੀ ਹੈਲਥ ਵੀ ਡਿਕਲਾਈਨ ਹੋ ਰਹੀ ਹੈ ਜੀ, ਨੋ ਡਾਊਟ ਤੁਹਾਡੀਆਂ ਜਿਹੜੀਆਂ ਲੋੜਾਂ ਨੇ ਲਾਇਬਿਲਿਟੀਜ਼ ਉਹ ਡਿਕਲਾਈਨ ਹੋ ਗਈਆਂ ਨੇ, ਤੁਹਾਡੀ ਮੌਰਗੇਜ ਕੱਟੀ ਗਈ, ਹੁਣ ਘਰ ਪੇ ਆਫ ਹੋ ਗਏ, ਤੁਹਾਡੇ ਬੱਚੇ ਆਪਣੇ ਕਰੀਅਰ ਵਿੱਚ ਸੈੱਟ ਨੇ, ਬਟ ਤੁਹਾਡੀ ਜਿਹੜੀ ਹੈਲਥ ਡਿਕਲਾਈਨ ਹੋ ਰਹੀ ਹੈ ਉਹਦੇ ਨਾਲ ਇੱਕ ਚੀਜ਼ ਬਹੁਤ ਹੋ ਰਹੀ ਹੈ ਕਿ ਜਿਹੜੇ ਤੁਹਾਡੇ ਮੈਡੀਕਲ ਐਕਸਪੈਂਸਿਸ ਨੇ ਹੈਲਥ ਰਿਲੇਟਡ ਉਹ ਵੱਧ ਰਹੇ ਨੇ ਜੀ। ਜਿਹੜਾ ਤੁਹਾਡਾ ਸਰਵਾਈਵਲ ਦਾ ਖਰਚਾ ਹੈਗਾ ਉਹ ਵੱਧ ਰਿਹਾ ਹੈਗਾ। ਤੇ ਕਾਫੀ ਖਾਸ ਤੌਰ ਤੇ ਆਪਣੀ ਕਮਿਊਨਿਟੀ ਦੇ ਮੈਂ ਦੇਖਿਆ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਇੰਝ ਲੱਗਦਾ ਵੀ ਜੇ ਅਸੀਂ ਆਪਣੇ ਬੱਚਿਆਂ ਦੇ ਉੱਤੇ ਕਿਤੇ ਭਾਰ ਨਾ ਬਣ ਜਾਈਏ, ਉਹ ਜਿਹੜੀ ਉਹਨਾਂ ਨੇ ਕਿਉਂਕਿ ਆਪਣੀ ਜ਼ਿੰਦਗੀ ਆਪਣੀ ਟਰਮਸ ਤੇ ਜੀ ਹੁੰਦੀ ਹੈ ਜੀ। ਸੋ ਇਸ ਤਰ੍ਹਾਂ ਜਿਹੜੀਆਂ ਫੀਲਿੰਗਸ ਹੁੰਦੀਆਂ, ਸੋ ਲੋੜਾਂ ਕਦੇ ਮੁੱਕਦੀਆਂ ਨਹੀਂ ਜੀ। ਪਰ ਹਾਂ ਇਹ ਜ਼ਰੂਰ ਹੈ ਜਿੰਨੀ ਇੰਡਸਟਰੀ 'ਚ ਮਸ਼ਹੂਰ ਹੈ ਇੱਕ ਫਿਕਰਾ ਕਿ ਦ ਬੈਸਟ ਡੇ ਟੂ ਬਾਏ ਦ ਇੰਸ਼ੋਰੈਂਸ ਵਾਜ਼ ਯੈਸਟਰਡੇ, ਵੀ ਕੱਲ ਲੈ ਲੈਣੀ ਚਾਹੀਦੀ ਸੀਗੀ ਜੀ। ਸੋ ਹਾਂਜੀ ਜਿੱਥੇ ਵੀ ਤੁਹਾਡਾ ਲੋਡ ਲੱਗਦਾ ਹੈਗਾ, ਜਿਸ ਕਿਸੇ ਵੀ ਬ੍ਰੋਕਰ ਨਾਲ ਤੁਸੀਂ ਡੀਲ ਕਰਦੇ ਹੈਗੇ ਜਾਂ ਕਰਨਾ ਚਾਹੁੰਦੇ ਹੈਗੇ ਹੋ ਜੀ, ਜ਼ਰੂਰ ਉਹਨੂੰ ਰੀਚ ਆਊਟ ਕਰੋ, ਆਪਣੇ ਜਿਹੜੇ ਪੋਰਟਫੋਲੀਓਸ ਨੇ ਐਨਾਲਾਈਜ਼ ਕਰਵਾਓ। ਅਸੀਂ ਵੀ ਜੇ ਅੱਜ ਬਰਾੜ ਸਾਹਿਬ ਨੇ ਮੈਨੂੰ ਪਤਾ ਵੀ ਇਹ ਟੌਪਿਕ ਛੇੜਿਆ ਹੈਗਾ ਤਾਂ ਕੁਝ ਰੀਸੈਂਟਲੀ ਬਹੁਤ ਇੰਪੈਕਟਫੁਲ ਚੀਜ਼ ਹੋਈ ਹੈ ਆਪਣੇ ਭਾਈਚਾਰੇ ਵਿੱਚ ਜਿਸਨੇ ਕਈਆਂ ਨੂੰ ਅਫੈਕਟ ਕੀਤਾ ਹੈਗਾ। ਪਵਨ ਸੌਰੀ ਮੈਂ ਨਾ ਐਕਚੁਅਲੀ ਪ੍ਰੋਬਲਮ ਕੀ ਆ, ਸਮਾਂ ਮੈਨੂੰ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਮੇਰੇ ਮਨ 'ਚ ਇੰਨੇ ਕੁ ਸਵਾਲ ਆ ਰਹੇ ਜਿਵੇਂ ਤੁਸੀਂ ਟੱਚ ਕੀਤਾ ਨਾ, ਇਹ ਚੀਜ਼ਾਂ ਹਰ ਰੋਜ਼ ਹੁੰਦੀਆਂ ਪਵਨਦੀਪ। ਮੈਂ ਤੁਹਾਨੂੰ ਸ਼ੁਰੂ 'ਚ ਹੀ ਗੱਲ ਕਹੀ ਸੀ ਕਿ ਜਿੱਦਾਂ ਨਾ ਕੁਛ ਗੱਲਾਂ ਕਰ ਲਈਆਂ, ਮੈਂ ਇਸ ਤੋਂ ਪਹਿਲਾਂ ਕਈਆਂ ਨਾਲ ਗੱਲਬਾਤ ਕਰਦਾ ਯਾਰ ਆਹ ਵਿਸ਼ਾ ਲੈ ਕੇ ਆਓ, ਗੱਲ ਕਰੋ ਕਿ ਜਦੋਂ ਸਾਡੇ ਤੇ ਔਖਾ ਸਮਾਂ ਆ ਗਿਆ ਅਸੀਂ ਫੰਡ ਰੇਜ਼ ਕਰਦੇ। ਮੈਂ ਫਿਰ ਕਹਿ ਰਿਹਾ ਪਵਨ, ਮੇਰੇ ਵਿੱਚ ਵੀ ਜਿੰਨੀ ਕੁ ਮੇਰੀ ਪਹੁੰਚ ਆ ਮੈਂ ਉੱਥੇ ਫੰਡ ਰੇਜ਼ ਕਰੂੰਗਾ, ਹੈ ਨਾ। ਪਰ ਉਹ ਪਰਸਨ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਥੋੜ੍ਹੇ ਜਿਹੇ ਕੁਛ ਲਾ ਕੇ ਉਹਨਾਂ ਨੂੰ ਨਹੀਂ ਲੋੜ ਸੀ, ਮਤਲਬ ਨਹੀਂ ਲੋੜ ਸੀਗੀ, ਹੈ ਨਾ, ਮਤਲਬ ਉਹ ਚੀਜ਼ਾਂ ਹੋ ਰਹੀਆਂ, ਹੈ ਨਾ, ਔਰ ਕਿਉਂ ਹੋ ਰਹੀਆਂ, ਮਤਲਬ ਕਿੱਥੇ ਘਾਟ ਆ, ਮਤਲਬ ਇੰਨੇ ਸਵਾਲ ਪਾਬੰਦੀ ਬਣਦੇ ਆ ਨਾ। ਮੈਂ ਸੱਚੀ ਕਹਿੰਦਾ ਐਜ਼ ਏ ਬਿਜ਼ਨਸ ਤੋਂ ਬਿਲਕੁਲ ਪਾਸੇ ਹਟ ਜਾਓ, ਹੈ ਨਾ, ਇਹਨੂੰ ਹੋਰ ਮਤਲਬ ਮੈਂ ਨਾ ਜਿੱਥੋਂ ਮਰਜ਼ੀ ਇੰਸ਼ੋਰੈਂਸ ਤੁਸੀਂ ਲਓ, ਠੀਕ ਹੈ, ਪਰ ਸੱਚੀ ਯਾਰ
ਨਾ ਕਿਸੇ ਅੱਗੇ ਹੱਥ ਅੱਡਣੇ ਪੈਣ ਆਪਣੀ ਫੈਮਿਲੀ ਨੂੰ ਤੁਹਾਡੇ ਜਾਣ ਤੋਂ ਬਾਅਦ, ਸੰਦੀਪ ਦੇ ਜਾਣ ਤੋਂ ਬਾਅਦ ਨਾ ਕਿਸੇ ਅੱਗੇ ਹੱਥ ਟੰਗਣੇ ਪੈਣ ਕਿ ਲੋਕ ਮਤਲਬ ਕਹਿਣਗੇ ਜੀ ਆਪਣਾ ਦੂਜਾ ਕਰ ਲਓ, ਫੰਡ ਰੇਜ਼ ਕਰ ਲਓ। ਕਿਉਂ ਬਿਲਕੁਲ ਸੱਚੀ ਪਵਨ, ਕਿਉਂ ਨਹੀਂ ਲੋੜ ਹੈਗੀ, ਹੈ ਨਾ। ਔਰ ਉਹ ਕਿੰਨਾ ਹੋ ਜਾਊਗਾ ਪਵਨਦੀਪ, ਨਹੀਂ ਇੰਨੇ ਜ਼ਿਆਦਾ ਹੁੰਦੇਗੇ, ਹੈ ਨਾ। ਸਿਰਫ ਜਸਟ ਟੈਂਪਰੇਰੀ ਇੱਕ ਤੁਹਾਨੂੰ ਛੋਟੀ ਜਿਹੀ ਟਾਈਮ ਲਈ ਉਹ ਚੀਜ਼ ਹੋ ਸਕਦੀ ਆ, ਹੈ ਨਾ। ਸੋ 1-2 ਮਿੰਟ ਦੇ ਵਿੱਚ ਹੀ ਪਵਨਦੀਪ ਰੈਪ ਅਪ ਕਰਿਓ, ਮੈਂ ਅਗਲੇ ਦਿਨਾਂ 'ਚ ਫਿਰ ਇਸ ਵਿਸ਼ੇ 'ਤੇ ਗੱਲ ਕਰੂੰ, ਇਸ ਵੀਕ ਦੇ ਵਿੱਚ ਹੀ ਕਰਨੀ ਚਾਹੁੰਦਾ ਜੀ। ਡਾਕਟਰ ਸਾਹਿਬ ਇਹੀ ਟੂ ਕੰਕਲੂਡ ਜੋ ਆਪਾਂ ਗੱਲ ਕੀਤੀ ਸੀਗੀ ਵੀ ਮੈਂ ਜਿੰਨੇ ਕੁ ਮੈਜੋਰਿਟੀ ਆਫ ਦਾ ਕੇਸਿਸ ਦੇਖੇ ਨੇ ਜੀ, ਮਨੀ ਇਜ਼ ਨਾਟ ਦਾ ਪ੍ਰੋਬਲਮ। ਸਿਰਫ ਜਿਹੜਾ ਉਹਦੇ ਲਈ ਮੈਂਟੈਲਿਟੀ ਹੈਗੀ ਜਾਂ ਉਸਦੇ ਲਈ ਇੱਕ ਰੋਲ ਐਕਸੈਪਟੈਂਸ ਹੈਗਾ ਕਿ ਮੈਂ ਜੇ ਪ੍ਰਾਇਮਰੀ ਕੇਅਰ ਟੇਕਰ ਹੈਗਾ ਆਪਣੀ ਫੈਮਿਲੀ ਦਾ, ਤਾਂ ਮੈਂ ਉਸਨੂੰ ਸ਼ੋਅ ਵੀ ਕਰਾਂ, ਉਸਨੂੰ ਪ੍ਰੂਵ ਵੀ ਕਰਾਂ, ਨਾਟ ਜਸਟ ਕਿ ਮੈਂ ਅੱਜ ਲਈ ਬਟ ਉਹਨਾਂ ਕੱਲ ਦਾ ਵੀ ਪ੍ਰਿਪੇਅਰ ਕਰਕੇ ਉਹਨਾਂ ਨੂੰ ਜਾਵਾਂ। ਕਿਉਂਕਿ ਅਸੀਂ ਜਗੀਰਾਂ ਬਣਾ ਲੈਂਦੇ ਹਾਂ। ਹੁਣ ਆਪਾਂ ਪ੍ਰਾਪਰਟੀਜ਼ ਕਲੋਜ਼ ਕਰਾ ਰਹੇ ਹਾਂ, ਬੇਸਿਕਲੀ ਆਪਾਂ ਕੀ ਕਰ ਰਹੇ ਹਾਂ, ਆਪਾਂ ਆਪਣੀ ਫੈਮਿਲੀ ਲਈ ਪ੍ਰੋਬਲਮਾਂ ਸਹੇੜ ਰਹੇ ਹਾਂ। ਫਿਰ ਲਾਇਬਿਲਿਟੀਜ਼ ਤਾਂ ਉਹਨਾਂ ਤੇ ਪੈਣੀਆਂ ਨੇ ਨਾ, ਕਿਉਂਕਿ ਉਹ ਵੀ ਕੋ-ਸਾਈਨਰ ਨੇ ਸਾਡੇ ਨਾਲ ਇਹਨਾਂ ਚੀਜ਼ਾਂ ਦੇ ਉੱਤੇ। ਹੁਣ ਉਹ ਵਿਚਾਰੇ ਅਰਨ ਨਹੀਂ ਕਰਦੇ ਹੈਗੇ, ਨਾ ਹੀ ਇੰਨੀ ਕਪੈਸਿਟੀ ਹੈਗੀ ਕਿ ਆਪਣੇ ਜਿਹੜਾ ਪੋਟੈਂਸ਼ੀਅਲ ਆ ਪੂਰਾ ਉਹਨੂੰ ਐਕਚੁਅਲਾਈਜ਼ ਕਰ ਸਕਣ ਬਾਹਰ ਵਿੱਚ ਜਾ ਕੇ, ਰਾਈਟ। ਤੇ ਅਸੀਂ ਉਹਨਾਂ ਲਈ ਪ੍ਰੋਬਲਮ ਤੇ ਛੇੜ ਰਹੇ ਹਾਂ। ਉਹਨਾਂ ਨੂੰ ਤਾਂ ਨਹੀਂ ਸੀ, ਉਹਨਾਂ ਨੂੰ ਤਾਂ ਰਹਿਣ ਦੀ 2 ਕਮਰੇ ਵੀ ਬਹੁਤ ਸੀਗੇ। ਅਸੀਂ ਚਾਹੁੰਦੇ ਹਾਂ ਅਸੀਂ ਇਨਵੈਸਟਮੈਂਟ ਪ੍ਰਾਪਰਟੀ ਵੱਡਾ ਘਰ ਲੈ ਲਿਆ, ਪਹਿਲਾਂ 1600 ਸਕੁਅਰ ਫੀਟ ਦਾ ਸੀ, ਫਿਰ 3000 ਦਾ ਲੈ ਲਿਆ, ਫਿਰ ਇੱਕ ਪ੍ਰਾਪਰਟੀ ਇਨਵੈਸਟਮੈਂਟ ਉੱਥੇ ਲੈ ਲਈ, 2 ਉੱਥੇ ਲੈ ਲਈਆਂ, ਠੀਕ ਹੈ ਨਾ। ਉਹਨਾਂ ਨੇ ਤਾਂ ਵਿਚਾਰੇ ਸੀ ਜਿਨ੍ਹਾਂ ਨੇ ਰਹਿਣਾ ਉਸ ਘਰ 'ਚ, ਉਹਨਾਂ ਨੇ ਤਾਂ ਸਿਰਫ ਉਹਨੂੰ 2 ਕਮਰੇ ਮੰਗੇ ਸੀਗੇ। ਜੇ ਹੁਣ ਤੁਸੀਂ ਪ੍ਰੋਬਲਮਾਂ ਸਹੇੜੀਆਂ ਨੇ ਆਪਣੀ ਕਿਸੇ ਈਗੋ ਨੂੰ ਸੈਟੀਸਫਾਈ ਕਰਨ ਲਈ ਜਾਂ ਆਪਣੀ ਕਿਸੇ ਗੂੜੀ ਤਮੰਨਾ ਨੂੰ ਸੈਟੀਸਫਾਈ ਕਰਨ ਲਈ, ਬੀ ਰਿਸਪੌਂਸਿਬਲ। ਇੰਨਾ ਜ਼ਰੂਰ ਇਨਸ਼ੋਰ ਕਰੋ ਕਿ ਐਟਲੀਸਟ ਫਿਰ ਪੁਰਾਣੇ ਪਿਛਲਿਆਂ ਨੂੰ ਵਿਚਾਰਿਆਂ ਨੂੰ ਕੋਈ ਦਿੱਕਤ ਨਾ ਆਵੇ। ਬਿਲਕੁਲ ਬਿਲਕੁਲ ਪਵਨਦੀਪ, ਅਗਲੇ ਦਿਨਾਂ 'ਚ ਗੱਲ ਫੇਰ ਕਰਾਂਗੇ। ਬਹੁਤ ਸਾਰੇ ਮਤਲਬ ਇੱਕ ਨਹੀਂ, ਘੱਟੋ ਘੱਟ 10, 15, 20, 25, 30, 50 ਸਵਾਲ ਮੇਰੇ ਕੋਲ ਹੈਗੇ ਆ, ਹੈ ਨਾ। ਮੈਂ ਇਹਨੂੰ ਨਾ ਚਾਹੁੰਦਾ ਕਿ ਸੋਹਣੇ ਤਰੀਕੇ ਨਾਲ ਇਹਨੂੰ ਐਕਸਪਲੇਨ ਕਰਦੇ ਰਹੀਏ ਔਰ ਅਸੀਂ ਲੋਕਾਂ ਨੂੰ ਅਵੇਅਰ ਕਰੀਏ ਕਿ ਭਾਈ ਇੰਨਾ ਕੁ ਮੇਰੀ ਲੋੜ ਆ, ਇੰਨਾ ਕੁ ਤਾਂ ਕਰ ਲਾਂ ਮੈਂ। ਜੇ ਡਾਲਰਾਂ ਦਾ ਵੀ ਇਸ਼ੂ ਆਉਂਦਾ ਨਾ, ਇੰਨਾ ਕੁ ਤਾਂ ਮੈਂ ਕਰ ਲਾਂ ਯਾਰ, ਕਿ ਕੱਲ੍ਹ ਨੂੰ ਮੇਰਾ ਪਰਿਵਾਰ ਕਿਸੇ ਅੱਗੇ ਹੱਥ ਨਾ ਟੰਡੇ। ਠੀਕ ਹੈ। ਸੋ ਪਵਨ, ਸ਼ੁਕਰੀਆ ਵੀਰੇ, ਫਿਰ ਅਗਲੇ ਦਿਨਾਂ 'ਚ ਗੱਲ ਕਰੂੰਗਾ। ਬਹੁਤ ਮਿਹਰਬਾਨੀ। ਜ਼ਰੂਰ ਬੈਠ ਸਾਹਿਬ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਭ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਇਹ ਸੀ ਸਾਡਾ ਪਾਰਟ 1। ਜਿਸ ਤਰ੍ਹਾਂ ਮੈਂ ਅਗੇਨ ਗੱਲ ਕਰਦਾ ਚੰਗੇ ਨਹੀਂ ਲੱਗਦੇ, ਇਹਦਾ ਮਕਸਦ ਮੇਰਾ ਪ੍ਰੋਗਰਾਮ ਕਰਨ ਦਾ ਕੁਝ ਹੋਰ ਹੀ ਸੀਗਾ, ਹੈ ਨਾ। ਕਿ ਮੈਂ ਜਦੋਂ ਦੇਖਦਾ ਨਾ, ਦੁੱਖ ਲੱਗਦਾ, ਅੰਦਰ ਚੀਜ਼ ਨਿਕਲਦੀ ਆ ਕਿ ਯਾਰ ਹੁਣ ਆਹ ਕੁਛ ਕਰਨਾ ਪੈ ਰਿਹਾ, ਹੈ ਨਾ। ਕਿੰਨਾ ਕਰ ਦੂੰਗਾ ਸੰਦੀਪ, ਕਿਸੇ ਲਈ ਕਿੰਨਾ ਕਰ ਸਕਦਾ ਹੈ ਨਾ। ਸਾਰੇ ਰਲ ਕੇ ਕਿੰਨਾ ਕਰ ਸਕਦੇ ਆ, ਸਾਰੇ ਹੈਂਡ ਟੂ ਮਾਊਥ ਹੀ ਚੱਲ ਰਹੇ ਆ, ਪੂਰੇ ਮਤਲਬ ਪੂਰੇ ਹੁੰਦੇ ਆ, ਹੈ ਨਾ। ਪਰ ਉਹਦਾ ਕਾਰਨ ਕੀ ਆ, ਉਹ ਕਾਰਨ ਵੀ ਅਸੀਂ ਕੀਤੇ ਵੀ ਆ। ਜਿਵੇਂ ਇਨਵੈਸਟਮੈਂਟ ਦੀ ਗੱਲਬਾਤ ਕਰ ਲਓ, ਸਾਰਾ ਕੁਝ ਕਰ ਲਓ, ਮਤਲਬ ਪੂਰਾ ਕਰਦਾ, ਪਰ ਉੱਥੋਂ ਕਿਤੇ ਨਾ ਕਿਤੇ ਰੋਕ ਕੇ ਐਂਡ ਆਪਣੇ ਜਿਹੜੇ ਜਿਨ੍ਹਾਂ ਨੂੰ ਸੱਚੀ ਮੁੱਚੀ ਹੀ ਪਿਆਰ ਕਰਦੇ ਆ, ਘਰੇ ਜਾ ਕੇ ਕਹਿੰਦੇ ਨਾ ਮੇਰੀ ਬੱਚੀਆਂ ਨਾਲ ਜਦੋਂ ਮੈਂ ਹੱਗ ਕਰਦਾ, ਬੇਟਿਆਂ ਨਾਲ ਮੈਂ ਹੱਗ ਕਰਦਾ, ਉਹਦੇ ਪਰਿਵਾਰ 'ਚ ਜਾ ਕੇ ਬੈਠਦਾ, ਮੇਰੀ ਥਕਾਵਟ ਲੈ ਜਾਂਦੀ ਆ, ਹੈ ਨਾ। ਸੋ ਫਿਰ ਉਹਨਾਂ ਨੂੰ ਪੱਕੀ ਥਕਾਵਟ ਪਾ ਕੇ ਕਿੱਥੇ ਜਾਣਾ ਅਸੀਂ। ਠੀਕ ਹੈ। ਸੋ ਇਹ ਮੇਰਾ ਮਕਸਦ ਸੀ। ਅਗਲੇ ਦਿਨਾਂ 'ਚ ਫਿਰ ਮੈਂ ਪਵਨ ਹੁਣਾਂ ਨੂੰ ਰਿਕੁਐਸਟ ਕਰੂੰਗਾ ਔਰ ਇੱਕ ਕਿਸੇ ਵੱਖਰੇ ਟੌਪਿਕ 'ਤੇ ਵੀ ਪਵਨ ਹੁਣੀ ਵੀਕ ਦੇ ਵਿੱਚ ਇੱਕ ਵਾਰ ਜ਼ਰੂਰ ਆਇਆ ਕਰਨਗੇ। ਹੁਣ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਹੋਇਆ। ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਦੀ ਗੱਲਬਾਤ ਕਰਾਂਗੇ। ਮਨਜੀਤ ਮਾਲ ਸਾਹਿਬ ਸਟੂਡੀਓ ਵਿੱਚ ਆਉਣਗੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ, ਅਸੀਂ ਹੁਣੀ ਗਏ, ਹੁਣੀ ਵਾਪਸ ਆਏ ਜੀ।